ਇਸ ਸਮੇਂ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਹੈ ਅਤੇ ਇਹ ਸਮਾਂ ਜਿੱਥੇ ਚਿੰਤਾ ਦਾ ਹੈ ਉੱਥੇ ਚਿੰਤਨ ਦਾ ਵੀ ਹੈ ਕਿ ਮਨੁੱਖੀ ਸ਼ਖਸੀਅਤ ਦੇ ਨਿਰਮਾਣਕਾਰੀ ਤੱਤ ਕਿਹੋ ਜਿਹੇ ਹੋਣ ਜਿਸ ਨਾਲ ਕਿ ਇਹ ਸਾਡਾ ਜਿਹੜਾ ਸੁਖਾਵਾਂ ਸਫ਼ਰ ਉਹ ਹੋ ਸਕੇ। ਕੁਦਰਤ ਨੂੰ ਵਿਚਾਰਨਾ ਸਭ ਤੋਂ ਪਹਿਲਾ ਸਾਡਾ ਮਕਸਦ ਹੋਣਾ ਚਾਹੀਦਾ ਹੈ। ਇਸ ਸਮੇਂ ਜੋ ਕਰੋਨਾ ਵਾਇਰਸ ਮਹਾਮਾਰੀ ਦੇ ਪਿੱਛੇ ਜੋ ਕਾਰਨ ਆਖੇ ਜਾ ਰਹੇ ਨੇ ਉਹਨਾਂ ਵਿੱਚ ਗਲਤ ਖਾਣ ਪੀਣ ਜਾਂ ਜੈਵਿਕ ਪ੍ਰਯੋਗ ਜੋ ਕਿ ਹਥਿਆਰਾਂ ਵਜੋਂ ਵਰਤਣ ਦੀ ਪ੍ਰਕਿਰਿਆ ਨੂੰ ਆਖਿਆ ਜਾ ਸਕਦਾ ਹੈ। ਪਰ ਇਨਸਾਨ ਜਦੋਂ ਕੁਦਰਤ ਵਿਰੋਧੀ ਹੋ ਕੇ ਉਸ ਨਾਲ ਖਿਲਵਾੜ ਕਰੇਗਾ ਤਾਂ ਅਜਿਹੇ ਨਤੀਜੇ ਜਿਹੜੇ ਨੇ ਹੋ ਸਕਦਾ ਕਿ ਸਾਨੂੰ ਉਹ ਭੁਗਤਣੇ ਪੈਣਗੇ ਅਤੇ ਅਸੀਂ ਭੁਗਤ ਵੀ ਰਹੇ ਹਾਂ। ਕੁਦਰਤ ਦੇ ਵਿੱਚ ਹੀ ਆਨੰਦ ਹੈ, ਕੁਦਰਤ ਦੀ ਗੋਦ ਵਿੱਚ ਹੀ ਸਭ ਕੁਝ ਹੈ। ਕੁਦਰਤ ਨਿਯਮਬੱਧ ਵਰਤਾਰਾ ਹੈ, ਪਰ ਜਦੋਂ ਮਨੁੱਖ ਆਪਣੇ ਨਿਯਮਾਂ ਨੂੰ ਤੋੜਦਾ ਹੈ ਤਾਂ ਫਿਰ ਕੋਈ ਨਾ ਕੋਈ ਸਮੱਸਿਆ ਵਿੱਚ ਜਿਹੜਾ ਹੈ ਘਿਰ ਜਾਂਦਾ ਹੈ। ਸੋ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਅੱਜ ਕਿ ਅਸੀਂ ਕੁਦਰਤ ਦੇ ਵਿਰੋਧ ਵਿੱਚ ਜਾ ਕੇ ਅਜਿਹਾ ਕੁਝ ਨਾ ਕਰੀਏ ਜਿੱਥੇ ਜਾ ਕੇ ਸਾਨੂੰ ਆਪਣੇ ਆਪ ਹੀ ਸਾਡੇ 'ਤੇ ਮਾਰ ਪੈਣੀ ਸ਼ੁਰੂ ਹੋ ਜਾਵੇ। ਕਿਉਂ ਸਾਡੇ ਗ੍ਰੰਥਾਂ, ਸਾਡੇ ਜਿਹੜੇ ਮਹਾਨ ਦਾਰਸ਼ਨਾਂ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਧਰਤੀ ਹੈ, ਉਹਨਾਂ ਨੇ ਵੀ ਕੁਦਰਤ ਨੂੰ ਬਹੁਤ ਵੱਡਾ ਦੱਸਿਆ। ਅਤੇ ਗੁਰੂ ਨਾਨਕ ਸਾਹਿਬ ਆਖਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿ ਹੁਣ ਪਾਣੀ ਅਸੀਂ ਦੂਸ਼ਿਤ ਕਰ ਦਿੱਤਾ, ਮਿੱਟੀ ਅਸੀਂ ਦੂਸ਼ਿਤ ਕਰ ਦਿੱਤੀ ਅਤੇ ਹਵਾ ਅਸੀਂ ਦੂਸ਼ਿਤ ਕਰ ਦਿੱਤੀ। ਅੱਜ ਦੇਖਿਆ ਜਾਵੇ ਤਾਂ ਇਹ ਕਰੋਨਾ ਵਾਇਰਸ ਦੇ ਲੋਕਡਾਊਨ ਹੋਣ ਤੋਂ ਬਾਅਦ ਦੀ ਜਿਹੜੀ ਪੋਜੀਸ਼ਨ ਹੈ ਉਸ ਵਿੱਚ ਹੁਣ ਇਹ ਗ੍ਰਾਫ ਨਜ਼ਰ ਆ ਰਿਹਾ ਕਿ ਸਾਡਾ ਵਾਤਾਵਰਨ ਜਿਹੜਾ ਹੈ ਬੜਾ ਸ਼ੁੱਧ ਹੋਣਾ ਸ਼ੁਰੂ ਹੋ ਗਿਆ। ਹਵਾ ਦਾ ਜਿਹੜਾ ਦੂਸ਼ਿਤਪਣ ਜਿਹੜਾ ਹੈ ਉਹਦੇ ਵਿੱਚ ਉਹ ਘਟਦਾ ਨਜ਼ਰ ਆ ਰਿਹਾ, ਹੁਣ ਘਟ ਵੀ ਗਿਆ। ਔਰ ਪਾਣੀ ਵਿੱਚ ਵੀ ਜਿਹੜੀ ਹੈ ਉਹ ਨੀਲੀ ਭਾਅ ਮਾਰਨ ਲੱਗ ਪੈ ਦਰਿਆ। ਇਸੇ ਤਰ੍ਹਾਂ ਹੋਰ ਵੀ ਜਿਹੜੇ ਵਾਤਾਵਰਨ ਜਿਹੜੀ ਅਸ਼ੁੱਧਤਾ ਸੀ ਉਹ ਹੁਣ ਸ਼ੁੱਧ ਹੋਣੀ ਸ਼ੁਰੂ ਹੋ ਗਈ ਹੈ। ਪੰਛੀ ਚਹਿਚਹਾ ਰਹੇ ਨੇ ਬਾਹਰ, ਤੁਸੀਂ ਦੇਖਿਆ ਹੋਵੇਗਾ ਕਦੇ। ਤਾਂ ਅਜਿਹਾ ਕੁਝ ਸਾਰਾ ਕੀ ਹੈ ਕਿ ਇਹ ਕੁਦਰਤ ਜਿਹੜੀ ਹੈ ਉਹ ਉਸਦੇ ਜੋ ਵਿਰੋਧ ਹੋ ਰਿਹਾ ਸੀ ਉਸ ਨੂੰ ਥੋੜ੍ਹਾ ਜਿਹਾ ਜਿਹੜਾ ਹੈ ਉਹ ਟਿਕਾਊ ਹੋਇਆ। ਸੋ ਕੁਦਰਤ ਦਾ ਪਹਿਲਾ ਕਨਸੈਪਟ ਹੈ ਕਿ ਸ਼ਖਸੀਅਤ ਨਿਰਮਾਣਕਾਰੀ ਤੱਤ ਵਿੱਚ ਕੁਦਰਤ ਦੇ ਵਿਰੋਧ ਵਿੱਚ ਨਹੀਂ ਜਾਣਾ, ਕੁਦਰਤ ਦੇ ਆਨੰਦ ਨੂੰ ਨਾਲ ਲੈ ਕੇ ਜਾਣਾ। ਇਹ ਸਾਡਾ ਕੀਤਾ ਹੋਇਆ ਵਿਕਾਸ ਕਿਤੇ ਵਿਨਾਸ਼ ਨਾ ਬਣ ਜਾਵੇ, ਇਸ ਗੱਲ ਨੂੰ ਮੁੱਖ ਰੱਖਣਾ ਬੜਾ ਜ਼ਰੂਰੀ ਹੈ। ਦੂਸਰਾ, ਸਾਡੇ ਸੱਭਿਆਚਾਰ ਅਤੇ ਸਾਹਿਤ ਵਿੱਚ ਹੀ ਸ਼ਖਸੀਅਤ ਨਿਰਮਾਣਕਾਰੀ ਤੱਤ ਪਏ ਹੋਏ ਨੇ। ਜੇਕਰ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਖੋਜੀਏ ਤਾਂ ਅਸੀਂ ਇੱਕ ਬਹੁਤ ਹੀ ਬਹੁਮੁੱਲੀ ਸ਼ਖਸੀਅਤ ਦੇ ਮਾਲਕ ਬਣ ਸਕਦੇ ਹਾਂ ਅਤੇ ਸਮਾਜ ਨੂੰ ਵੀ ਇੱਕ ਚੰਗੇਰੇ ਰਸਤੇ ਉੱਤੇ ਤੋਰ ਸਕਦੇ ਹਾਂ। ਕਿਉਂ ਸਾਡੀ ਧਰਤੀ ਰਿਸ਼ੀਆਂ ਮੁਨੀਆਂ ਪੀਰਾਂ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ। ਇੱਥੇ ਕੁਰਾਨ, ਬਾਈਬਲ, ਗੀਤਾ, ਗੁਰੂ ਗ੍ਰੰਥ ਸਾਹਿਬ ਜਿਹੇ ਮਹਾਨ ਬਹੁਮੁੱਲੇ ਗ੍ਰੰਥ ਹੋਏ ਨੇ ਜਿਹੜੇ ਕਿ ਸਾਨੂੰ ਜੀਵਨ ਦੀ ਤੋਰ ਤੁਰਨਾ ਨਿਰਧਾਰਿਤ ਕਰਨੇ ਨੇ ਕਿ ਜੀਵਨ ਦੀ ਤੋਰ ਤੁਰਦਿਆਂ ਕਿਹਨਾਂ ਗੱਲਾਂ ਨੂੰ ਜਿਹੜਾ ਹੈ ਖਾਸ ਖਿਆਲ ਵਿੱਚ ਰੱਖਣਾ ਹੈ। ਇਹ ਅਲੱਗ ਗੱਲ ਹੈ ਕਿ ਇਹਨਾਂ ਨੂੰ ਪ੍ਰਭਾਸ਼ਿਤ ਕਰਨ ਵਾਲਿਆਂ ਨੇ ਕਿਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ, ਪਰ ਜਦੋਂ ਅਸੀਂ ਇਹਨਾਂ ਨੂੰ ਗੌਰ ਨਾਲ ਵੇਖਦੇ ਹਾਂ ਤਾਂ ਇਹਨਾਂ ਵਿੱਚ ਇਨਸਾਨੀਅਤ ਦੇ ਮਾਨਵੀ ਮੁੱਲਾਂ ਦੀ ਹੀ ਵਿਆਖਿਆ ਹੈ। ਇਸ ਤੋਂ ਇਲਾਵਾ ਕੱਟੜਤਾ, ਪਖੰਡ, ਅਡੰਬਰ ਕਿਤੇ ਵੀ ਨਜ਼ਰ ਨਹੀਂ ਆਉਂਦੇ। ਸੋ ਗੁਰੂ ਨਾਨਕ ਸਾਹਿਬ ਸਾਡੇ ਮਹਾਨ ਜਿਹੜੇ ਦਾਰਸ਼ਨਿਕ ਨੇ, ਪੈਗੰਬਰ ਨੇ, ਗੁਰੂ ਨੇ, ਉਹਨਾਂ ਨੇ ਵੀ ਆਪਣੇ ਜਿਹੜੇ ਫਲਸਫੇ ਵਿੱਚ ਵਿਸ਼ੇਸ਼ ਤੌਰ 'ਤੇ ਇਹੀ ਜ਼ਿਕਰ ਕੀਤਾ ਹੈ ਕਿ ਜਦੋਂ ਤੱਕ ਮਾਨਵੀ ਮੁੱਲ ਜਿਉਂਦੇ ਰਹਿਣਗੇ ਤਦ ਤੱਕ ਜਿਹੜਾ ਹੈ ਜ਼ਿੰਦਗੀ ਦਾ ਜਿਹੜਾ ਸਰਨਾਮਾ ਹੈ ਉਹ ਖੁਸ਼ੀਆਂ ਭਰਪੂਰ ਰਹੇਗਾ। ਬਾਬਾ ਫਰੀਦ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤੱਕ ਦੇ ਸਫ਼ਰ ਵਿੱਚ ਸਾਨੂੰ ਬਹੁਤ ਕੁਝ ਮਿਲ ਜਾਂਦਾ ਹੈ। ਬਾਬਾ ਫਰੀਦ ਦੇ ਉਹ ਸ਼ਲੋਕ ਜੋ ਸਾਨੂੰ ਪੈਰ ਪੈਰ 'ਤੇ ਕੁਝ ਚੰਗਾ ਕੁਝ ਕਰਨ ਦਾ ਜਿਹੜਾ ਹੈ ਉਹ ਸੰਦੇਸ਼ ਦੇ ਰਹੇ ਨੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਇਸ ਤੋਂ ਕੀ ਜ਼ਾਹਰ ਹੋ ਰਿਹਾ ਕਿ ਬੇਲੋੜੀਆਂ ਇਛਾਵਾਂ ਦੀ ਲੋੜ ਨਹੀਂ, ਲਾਲਸਾਵਾਂ ਦੀ ਲੋੜ ਨਹੀਂ, ਬੇਲੋੜੀਆਂ ਦੀ। ਪਰ ਜਦੋਂ ਅਸੀਂ ਇਹਨਾਂ ਦੇ ਚੱਕਰਵਿਊਹ ਵਿੱਚ ਪੈ ਜਾਂਦੇ ਹਾਂ, ਪਦਾਰਥਕ ਦੁਨੀਆ ਨੂੰ ਹੀ ਆਪਣਾ ਸੰਸਾਰ ਬਣਾ ਲੈਂਦੇ ਹਾਂ, ਤਾਂ
ਇਹ ਸਾਡੇ ਤੇ ਹਾਵੀ ਹੁੰਦਾ, ਤੇ ਹਾਵੀ ਹੋਣ ਤੋਂ ਬਾਅਦ ਸਾਡੀ ਅੰਦਰਲੀ ਜਿਹੜੀ ਸਿਰਜਣਾਤਮਕ ਸਮਰੱਥਾ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਅੱਜ ਇਹ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪੂੰਜੀਵਾਦੀ ਪਦਾਰਥਕ ਵਰਤਾਰਿਆਂ ਨੇ ਸਾਨੂੰ ਆਪਣੇ ਕਲਾਵੇ ਵਿੱਚ ਇਸ ਤਰ੍ਹਾਂ ਜਿਹੜਾ ਹੈ ਝੰਜੋੜ ਲਿਆ ਕਿ ਉਸ ਵਿੱਚੋਂ ਨਿਕਲਣਾ ਬੜਾ ਔਖਾ ਲੱਗ ਰਿਹਾ, ਪਰ ਨਿਕਲਣਾ ਪਏਗਾ, ਸਾਨੂੰ ਬੈਲੈਂਸ ਰੱਖਣਾ ਪਏਗਾ। ਸੋ ਅੱਗੇ ਫਰੀਦ ਜੀ ਫਿਰ ਫਰਮਾਉਂਦੇ ਨੇ ਕਿ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਿ ਸਾਦਗੀ ਵਾਲਾ ਜੀਵਨ ਹੀ ਬੜਾ ਵੱਡਾ ਹੁੰਦਾ, ਸੋਹਣਾ ਹੁੰਦਾ। ਇਸ ਰਸਤੇ ਉੱਤੇ ਚੱਲ ਕੇ ਹੀ ਤੂੰ ਮਾਨਸਿਕ ਤੌਰ ਤੇ ਔਰ ਸਰੀਰਕ ਤੌਰ ਤੇ ਨਿਰੋਗ ਰਹਿ ਸਕਦਾ। ਸੋ ਵੱਡੀਆਂ ਗੱਲਾਂ ਕਹੀਆਂ ਉਹਨਾਂ ਨੇ। ਫਿਰ ਅੱਗੇ ਕਹਿੰਦੇ ਨੇ ਫਰੀਦਾ ਖਾਕ ਨਾ ਨੀਂਦੀ ਹੈ, ਫਰੀਦਾ ਖਾਕ ਨਾ ਨੀਂਦੀ ਹੈ, ਖਾ ਕੇ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਆਪਣੀ ਉਸ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ ਜੋ ਅੱਜ ਤੁਹਾਡੇ ਪੈਰਾਂ ਥੱਲੇ ਹੈ, ਉਹ ਤੁਹਾਡੇ ਉੱਪਰ ਵੀ ਪਏਗੀ। ਭਾਵ ਕੀ ਹੈ, ਇਹ ਸੰਸਾਰ ਨਾਸ਼ਵਾਨ ਹੈ, ਮੌਤ ਨੂੰ ਚੇਤੇ ਰੱਖ, ਤੂੰ ਇੱਕ ਨਾ ਇੱਕ ਦਿਨ ਜਾਣਾ ਹੈ। ਇਸ ਕਰਕੇ ਹਉਮੈ, ਸਵਾਰਥ, ਦੰਭ, ਝੂਠ, ਪਖੰਡ ਜਿਹੜੇ ਅੰਦਰ ਅਸੀਂ ਬੜੇ ਇਕੱਠੇ ਕੀਤੇ ਹੋਏ ਆ ਮਾਨਸਿਕਤਾ ਵਿੱਚ, ਇਹਨੂੰ ਬਾਹਰ ਕੱਢ ਦਿਓ। ਇਹਦੀ ਕੋਈ ਲੋੜ ਨਹੀਂ। ਜ਼ਿੰਦਗੀ ਜਿਉਣੀ ਹੈ ਤਾਂ ਠਾਠ ਨਾਲ ਜਿਉਣੀ ਹੈ। ਜ਼ਿੰਦਗੀ ਜਿਉਣੀ ਹੈ ਤਾਂ ਵੱਡੇ ਇੱਕ ਆਦਰਸ਼ ਨਾਲ ਜਿਉਣੀ ਹੈ, ਇੱਕ ਵੱਡਾ ਏਮ ਰੱਖ ਕੇ ਜਿਉਣੀ ਹੈ। ਵਿਦਿਆਰਥੀਆਂ ਵਿੱਚ ਪਰੰਪਰਾ ਤੋਂ ਬਹੁਤ ਕੁਝ ਲੈਣ ਵਾਲਾ ਹੈ। ਅਤੀਤ ਦੇ ਜੋ ਮਾਨਵੀ ਮੁੱਲ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ, ਅਤੇ ਜਿਹੜੇ ਅਮਾਨਵੀ ਨੇ ਉਹਨਾਂ ਨੂੰ ਛੱਡ ਦੇਣਾ ਹੁੰਦਾ। ਤੇ ਫਿਰ ਬਾਬਾ ਫਰੀਦ ਕਹਿੰਦਾ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਪੀਤਨ ਹੋ ਸਿੱਖੇ। ਬਾਰ-ਬਾਰ ਸੰਦੇਸ਼ ਕਰ ਰਿਹਾ ਕਿ ਇਹ ਜਿਹੜੀ ਦੇਹ ਹੈ ਨਾਸ਼ਵਾਨ ਹੈ, ਤੇ ਫਿਰ ਕਿਉਂ ਮਾੜੇ ਕੰਮ ਕੀਤੇ ਜਾਣ, ਕਿਉਂ ਝੂਠ ਬੋਲਿਆ ਜਾਵੇ, ਕਿਉਂ ਸਵਾਰਥ ਕੀਤਾ ਜਾਵੇ, ਕਿਉਂ ਇਨਸਾਨ ਹੀ ਇਨਸਾਨੀਅਤ ਨੂੰ ਮਿੱਧ ਕੇ ਅੱਗੇ ਜਾਵੇ। ਤੇ ਉਸ ਤੋਂ ਬਾਅਦ ਬਾਬਾ ਨਾਨਕ ਜੋ ਕਿ ਮਹਾਨ ਫਿਲਾਸਫਰ ਪੈਗੰਬਰ, ਜਿਹੜਾ ਕਿ ਸਾਰਾ ਕੁਝ ਹੁਕਮ ਨੂੰ ਹੀ ਦੱਸ ਰਿਹਾ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਔਰ ਨਾਲ ਗੱਲ ਕਰ ਦਿੱਤੀ ਕਿ ਮਨ ਦੀ ਸ਼ੁੱਧਤਾ ਕਿੰਨੀ ਜ਼ਰੂਰੀ ਹੈ। ਕੀ ਕਹਿੰਦੇ ਨੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਮੇ ਕੇ ਰੰਗ। ਅੱਗੇ ਕੀ ਕਹਿ ਦਿੱਤਾ, ਕਹਿੰਦਾ ਕਿਹੋ ਜਿਹਾ ਜੀਵਨ ਅਪਣਾ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਘਰੇ ਪਪੂਤ, ਖਿੰਬਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਬਹੁਤ ਵੱਡਾ ਫਲਸਫਾ ਦੇ ਦਿੱਤਾ, ਸਰਬੱਤ ਦੇ ਭਲੇ ਦਾ ਫਲਸਫਾ ਦੇ ਦਿੱਤਾ। ਫਿਰ ਸੁਣ ਤੋਂ ਭਾਵ ਮੰਨਣਾ ਵੀ ਪਏਗਾ। ਉਹ ਕਹਿੰਦੇ ਨੇ ਕਿ ਮੁੰਦਰਾ ਪਾਲਾ ਸੰਤੋਖ ਦੀਆਂ, ਤੇ ਜਿਹੜੀ ਆਈ ਪੰਥੀ ਹੈ ਯੋਗੀਆਂ ਦੀ, ਉਹ 11 ਜਿਹੜੇ ਫਿਰਕਿਆਂ ਦੀ ਆਈ ਪੰਥੀ ਨਹੀਂ ਹੈ। ਸਾਰੇ ਸੰਸਾਰ ਨੂੰ ਆਪਣਾ ਮਿੱਤਰ ਬਣਾ ਲੈ, ਸਾਰਾ ਸੰਸਾਰ ਤੇਰਾ ਆਪਣਾ ਹੈ। ਤੇ ਇਹੀ ਸਾਡੀ ਜਿਹੜਾ ਹੈ ਮਹਾਨ ਸੰਸਕ੍ਰਿਤੀ ਦਾ ਇੱਕ ਵੱਡਾ ਜਿਹੜਾ ਪੈਗਾਮ ਹੈ, ਜਿਹੜੇ ਕਿ ਗੁਰੂ ਨਾਨਕ ਵਰਗੇ ਮਹਾਂ ਫਿਲਾਸਫਰ ਦੇ ਰਹੇ ਨੇ। ਤੇ ਉਹ ਅੱਜ ਜਿਹੜਾ ਹੈ ਅਜੋਕੇ ਸਮੇਂ ਸਾਡੀ ਸ਼ਖਸੀਅਤਾਂ ਵਿੱਚ ਜਿਹੜਾ ਹੈ, ਸਾਡੇ ਲਹੂ ਵਿੱਚ ਜਿਹੜਾ ਹੈ ਜ਼ਰੂਰੀ ਘੁਲ ਮਿਲ ਜਾਣਾ ਚਾਹੀਦਾ ਕਿ ਅਸਲ ਉਹ ਕਿਹੜੇ ਸੰਸਕਾਰ ਨੇ, ਕਿਹੜੇ ਵੈਲਿਊਜ਼ ਨੇ, ਕਿਹੜੇ ਬਲੀਫਸ ਨੇ, ਕਿਹੜੇ ਵਿਸ਼ਵਾਸ ਨੇ, ਕਿਹੜੇ ਧਰਮ ਦੇ ਅਸਲ ਸਰੋਕਾਰ ਨੇ, ਜਿਨ੍ਹਾਂ ਨੂੰ ਮੰਨਣਾ ਤੇ ਜਿਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਸਾਡਾ ਮੁੱਖ ਫਰਜ਼ ਹੈ। ਤੇ ਸਮਾਨਤਾ ਸੁਤੰਤਰਤਾ ਅੱਜ ਦੇ ਫਿਰ ਜਿਹੜੀ ਹੈ ਉਹ ਗੱਲ ਅੱਗੇ ਆਉਂਦੀ ਹੈ। ਤੇ ਉਹਦੇ ਬਾਰੇ ਵੀ ਬੜਾ ਸੋਹਣਾ ਲਿਖਿਆ ਗਿਆ ਕਿ ਅੱਬਲ ਅੱਲਾ ਨੂਰ ਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਮਾੜਾ ਚੰਗਾ ਨਹੀਂ ਹੈ, ਕੋਈ ਵੀ ਜਾਤ ਦਾ, ਕੋਈ ਵੀ ਜਿਹੜਾ ਹੈ ਆਪਣੀ ਸ਼੍ਰੇਣੀ ਦਾ ਗਰਵ ਕਰਨ ਦੀ ਲੋੜ ਨਹੀਂ ਹੈ। ਸਾਰੇ ਸਮਾਨ ਪੈਦਾ ਹੋਏ ਨੇ, ਜਨਮ ਸਮੇਂ ਕਿਸੇ ਦੇ ਸਟੈਂਪ ਨਹੀਂ ਲੱਗੀ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਜਿਹੜਾ ਹੈ ਸਮਾਨ ਪੈਦਾ ਕੀਤਾ। ਇਹ ਮਨੁੱਖ ਨੇ ਹੀ ਜਿਹੜੀਆਂ ਨੇ ਵੰਡੀਆਂ ਪਾਈਆਂ ਹੋਈਆਂ ਨੇ। ਅੱਜ ਇਹ ਤੁਹਾਡੇ ਵਰਗੇ ਜਿਹੜੇ ਨੌਜਵਾਨ ਵਿਦਿਆਰਥੀ ਨੇ ਇਸ ਗੱਲ ਨੂੰ ਸਮਝ ਕੇ ਚੱਲਣ ਕਿ ਧਰਮਾਂ ਦੇ ਨਾਂ 'ਤੇ ਜੋ ਬਹੁਤ ਸਾਡਾ ਨੁਕਸਾਨ ਹੋ ਚੁੱਕਿਆ ਜਾਂ ਹੋਇਆ, ਉਹ ਹੁਣ ਦੁਬਾਰਾ ਭਵਿੱਖ ਵਿੱਚ ਨਾ ਹੋਵੇ। ਜੋ ਸਾਨੂੰ ਲੜਾਇਆ ਗਿਆ ਧਰਮਾਂ ਦੇ ਨਾਂ 'ਤੇ, ਜੋ ਸਾਨੂੰ ਜਿਹੜਾ ਹੈ ਗਲਤ ਪਰਿਭਾਸ਼ਾਵਾਂ ਦੇ ਕੇ ਜਿਹੜਾ ਹੈ ਗਲਤ ਪੁੱਠੇ ਰਸਤੇ ਪਾਇਆ ਗਿਆ, ਇਹ ਵੱਡਾ ਦੁਖਾਂਤ ਵਾਪਰਿਆ। ਅਤੇ ਇਹ ਦੁਖਾਂਤ ਜਦੋਂ 1947 ਵਿੱਚ ਵਾਪਰਿਆ ਸੀ, ਉਦੋਂ ਅੰਮ੍ਰਿਤਾ ਪ੍ਰੀਤਮ ਦੇ ਦਿਲ ਵਿੱਚ ਹੂਕ ਨਿਕਲੀ ਸੀ। ਉਹ ਹੂਕ ਕੀ ਸੀ, ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ। ਇਹ ਹੂਕ ਨਿਕਲਦੀ ਹੈ ਜਦੋਂ ਵੀ ਕਿਤੇ ਇਨਸਾਨੀਅਤ ਦੇ ਵਿਰੋਧ ਵਿੱਚ ਕੁਝ ਨਾ ਕੁਝ ਹੁੰਦਾ ਹੈ। ਸਾਡਾ ਹੋਇਆ 47 ਵਿੱਚ ਹੋਇਆ, ਉਸ ਤੋਂ ਬਾਅਦ ਵੀ ਹੋਇਆ,
ਸੋ ਉਹਦੇ ਪਿੱਛੇ ਕੀ ਹੈ? ਅਨਪੜ੍ਹਤਾ, ਅਗਿਆਨਤਾ, ਅੰਧ ਵਿਸ਼ਵਾਸ ਜਿਹੜਾ ਹੈ ਉਹਨੂੰ ਦੂਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਵਿਦਿਆਰਥੀ ਕਰਨਗੇ, ਤੁਹਾਡੇ ਜਿਹੜੇ ਸ਼ਕਤੀ ਅਤੇ ਸਮਰੱਥਾ ਜਿਹੇ ਜਿਹੜੇ ਨੌਜਵਾਨ ਨੇ ਉਹੀ ਕਰਨਗੇ। ਸੋ ਗੁਰੂ ਨਾਨਕ ਵਰਗੇ ਤਾਂ ਮਹਾਨ ਫਿਲਾਸਫਰ ਸਾਨੂੰ ਵਾਰ-ਵਾਰ ਸੰਦੇਸ਼ ਕੀ ਦੇ ਰਹੇ ਨੇ ਕਿ ਜੀਵਨ ਵਿੱਚ ਅਸਲ ਤੇ ਨਕਲ ਦੀ ਪਹਿਚਾਣ ਕਿਵੇਂ ਕਰਨੀ ਹੈ। ਇਹ ਜੀਵਨ ਕੀ ਹੈ? ਨਕਲ ਕੀ ਹੈ ਕਿ ਉਹ ਜੋ ਤੀਰੇ ਤੱਗ ਪਾ ਕੇ ਪਹਿਨਣ ਵਾਲੇ ਸੰਤ ਨਹੀਂ ਹੋ ਸਕਦੇ, ਉਹ ਬਨਾਰਸ ਕੇ ਠੱਗ ਨੇ, ਉਹ ਬਨਾਰਸ ਕੇ ਠੱਗ ਨੇ। ਉਸ ਤੋਂ ਬਾਅਦ ਬੁੱਲੇ ਸ਼ਾਹ ਜਿਹੜਾ ਹੈ ਅਗਿਆਨਤਾ, ਅੰਧ ਵਿਸ਼ਵਾਸ ਤੇ ਚੋਟ ਕਰਦਾ। ਕੀ ਕਹਿੰਦਾ? ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ ਹੂ। ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ ਹੂ। ਜੇ ਰੱਬ ਮਿਲਦਾ ਵਾਲ ਵਧਾਇਆਂ, ਮਿਲਦਾ ਭੇਡਾਂ ਸੱਸੀਆਂ ਹੂ। ਜੇ ਰੱਬ ਮਿਲਦਾ ਜੰਗਲ ਭਵਿਆਂ, ਮਿਲਦਾ ਗਊਆਂ ਬੱਚੀਆਂ ਹੂ। ਬੁੱਲਿਆ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਹੂ। ਸੋ ਗੱਲ ਆ ਕੇ ਜਿਹੜੀ ਟਿਕਦੀ ਹੈ ਉਹ ਹਿਰਦੇ ਤੇ ਆ ਕੇ ਟਿਕਦੀ ਹੈ, ਆਂਤਰਿਕ ਗਿਆਨ ਤੇ ਆ ਕੇ ਟਿਕਦੀ ਹੈ ਕਿ ਗਿਆਨ ਪਹਿਲਾਂ ਆਪਣੇ ਆਪ ਦੀ ਪਛਾਣ ਬੜੀ ਜ਼ਰੂਰੀ ਹੈ। ਬੰਦਿਆ ਆਪਣੇ ਆਪ ਨੂੰ ਪਛਾਣ, ਜੇ ਤੂੰ ਆਪਣਾ ਆਪ ਪਛਾਤਾ, ਸਾਈਂ ਦਾ ਮਿਲਣਾ ਆਸਾਨ। ਬਹੁਤ ਵੱਡੀ ਗੱਲ ਕਹਿ ਦਿੱਤੀ। ਅਸੀਂ ਦੂਸਰਿਆਂ ਦੀ ਪਛਾਣ ਕਰਨ ਵੱਲ ਜਾਂਦੇ ਹਾਂ, ਪਰ ਆਪਣੀ ਪਛਾਣ ਕਰਨ ਵੱਲ ਭੁੱਲ ਜਾਂਦੇ ਹਾਂ ਕਿ ਸਾਡੇ ਵਿੱਚ ਕਿਹੜੇ ਔਗਣ ਨੇ। ਇਹ ਸਭ ਤੋਂ ਵੱਡਾ ਵਿਸ਼ਾ ਕਿ ਆਪੇ ਦੀ ਪਛਾਣ ਕਰਨਾ। ਜਦੋਂ ਆਪੇ ਦੀ ਪਛਾਣ ਹੋ ਗਈ ਤਾਂ ਬਹੁਤ ਕੁਝ ਜਿਹੜਾ ਹੈ ਅਜਿਹਾ ਹੋ ਗਿਆ ਜਿੱਥੇ ਕਿ ਫਿਰ ਪਿਆਰ ਰੂਪੀ ਜਿਹੜੀਆਂ ਮੋਹ ਪਿਆਰ ਦੀਆਂ ਤੰਦਾਂ ਨੇ ਉਹ ਫੁੱਟ ਪੈਣੀਆਂ ਨੇ। ਫਿਰ ਸਾੜਾ, ਈਰਖਾ, ਇਹ ਸਾਰਾ ਕੁਝ ਜਿਹੜਾ ਹੈ ਨਿਕਲ ਜਾਣਾ। ਸੋ ਇਹੀ ਕੱਢਣ ਦੀ ਲੋੜ ਹੈ। ਅਸੀਂ ਕਿਉਂ ਆਏ, ਕੀ ਕਰਨਾ, ਕੀ ਕਰ ਰਹੇ ਹਾਂ, ਇਹ ਵੱਡੇ ਸਵਾਲ ਨੇ। ਤੇ ਇਸੇ ਤਰ੍ਹਾਂ ਬਾਬਾ ਕਬੀਰ ਜੀ ਬੜਾ ਸੋਹਣਾ ਲਿਖਦੇ ਨੇ, ਕਹਿੰਦੇ ਕਿ ਜਾਟ ਵਧਾਏ ਜੇ ਨਰ ਤਰੇ, ਮੋਰ ਕਿਉਂ ਨਾ ਤਰੇ ਜਿਨਕੇ ਲੰਮੇ ਲੰਮੇ ਪਰ ਹੈ। ਜਾਟ ਕਹਿੰਦੇ ਮਤਲਬ ਕਿ ਜਟਾਂ ਨੂੰ। ਜਾਟ ਵਧਾਏ ਜੇ ਨਰ ਤਰੇ, ਮੋਰ ਕਿਉਂ ਨਾ ਤਰੇ ਜਿਨਕੇ ਲੰਮੇ ਲੰਮੇ ਪਰ ਹੈ। ਸੰਖ ਬਜਾਏ ਜੇ ਨਰ ਤਰੇ, ਗਦਾ ਕਿਉਂ ਨਾ ਤਰੇ ਜਿਨਕੇ ਸੰਖ ਜੈ ਸੁਰ ਹੈ। ਕਹਿਤ ਕਬੀਰ ਸੁਣੋ ਰੇ ਸੰਤੋ, ਵੋਹ ਨਰ ਤਰੇ ਜਿਨਕੇ ਹਿਰਦੇ ਮੇਂ ਹਰ ਹੈ। ਸੋ ਇਸ ਤੋਂ ਵੱਡੀਆਂ ਗੱਲਾਂ ਕੀ ਹੋ ਸਕਦੀਆਂ ਨੇ। ਸੋ ਅਤੀਤ ਵਿੱਚ, ਪਰੰਪਰਾ ਵਿੱਚ ਬਹੁਤ ਕੁਝ ਅਜਿਹਾ ਪਿਆ ਜਿਹੜਾ ਕਿ ਮਾਨਵੀ ਮੁੱਲਾਂ ਭਰਪੂਰ ਹੈ, ਜਿਹੜਾ ਸੇਧ ਦੇਣ ਵਾਲਾ ਹੈ। ਉਸ ਨੂੰ ਗ੍ਰਹਿਣ ਕਰਕੇ, ਉਸ ਨੂੰ ਗਿਆਨ ਨੂੰ ਆਪਣੇ ਅੰਦਰ ਜਿਹੜਾ ਹੈ ਪ੍ਰਵੇਸ਼ ਕਰਵਾ ਕੇ ਹੀ ਇੱਕ ਚੰਗੀ ਸ਼ਖਸੀਅਤ ਦੀ ਨਿਰਮਾਣਕਾਰੀ ਹੋ ਸਕਦੀ ਹੈ। ਕਿ ਅਸਲ ਕੀ ਹੈ ਸਾਡੇ ਸਾਹਮਣੇ, ਉਹ ਕਿਹੜੇ ਆਦਰਸ਼ ਨੇ, ਉਹ ਕਿਹੜੇ ਪੈਟਰਨ ਨੇ ਜਿਹੜੇ ਸਾਨੂੰ ਅਪਣਾਉਣੇ ਪੈਣਗੇ। ਤੇ ਧਰਮ ਦੀਆਂ ਕਿਤੇ ਅਡੰਬਰ ਜਾਂ ਕਿਤੇ ਪਖੰਡ ਜਾਂ ਅਗਿਆਨਤਾ, ਇਹਨਾਂ ਦਾ ਵਿਰੋਧ ਕਰਨਾ ਪਏਗਾ। ਵਿਗਿਆਨਕ ਤਰਕ ਨਾਲ ਜਿਹੜਾ ਹੈ ਉਸ ਉਪਦੇਸ਼ ਨੂੰ ਦੇਖਣਾ ਪਏਗਾ ਕਿ ਇਹ ਕਿਸ ਸੇਧ ਵੱਲ ਜਿਹੜਾ ਹੈ ਚੱਲਣ ਲਈ ਪ੍ਰੇਰਿਤ ਕਰ ਰਿਹਾ। ਕਿਤੇ ਫਿਰਕਾ ਪ੍ਰਸਤੀ ਸਾਨੂੰ ਮਾਰ ਤਾਂ ਨਹੀਂ ਰਹੀ, ਕਿਤੇ ਸਾਨੂੰ ਜਿਹੜਾ ਹੈ ਜਾਤ ਰੰਗ ਧਰਮ ਨਾਂ ਤੇ ਜੇ ਲੜਾਇਆ ਤਾਂ ਨਹੀਂ ਜਾ ਰਿਹਾ। ਸੋ ਬਹੁਤ ਗੱਲਾਂ ਨੇ ਜਿਹੜੀਆਂ ਕਿ ਤੁਹਾਨੂੰ ਆਪ ਹੀ ਚਿੰਤਨ ਜਿਹੜੀਆਂ ਕਰਨ ਵਾਲੀਆਂ ਹੈਗੀਆਂ, ਜੋ ਤੁਸੀਂ ਕਰੋਗੇ ਵੀ, ਤੁਹਾਨੂੰ ਲੋੜ ਵੀ ਹੈ ਸਮੇਂ ਦੀ। ਸੋ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਜਿੱਥੇ ਸਾਡੇ ਇਹ ਮਹਾਨ ਫਲਸਫੇ ਪਏ ਨੇ, ਉੱਥੇ ਸਾਡਾ ਸੱਭਿਆਚਾਰ ਵੀ ਸੰਦੇਸ਼ਾਂ ਨਾਲ ਭਰਿਆ ਪਿਆ। ਸੱਭਿਆਚਾਰ ਤੋਂ ਭਾਵ ਹੈ ਕਿ ਤੁਹਾਡਾ ਰਹਿਣ ਸਹਿਣ, ਸਾਡਾ ਜਿਹੜਾ ਹੈ ਖਾਣ ਪੀਣ, ਚੱਜ ਆਚਾਰ, ਇਹੀ ਨਹੀਂ। ਸੱਭਿਆਚਾਰ ਤੋਂ ਭਾਵ ਹੈ ਕਿ ਇੱਕ ਜੀਵਨ ਵਿਧੀ, ਉਹ ਜੀਵਨ ਵਿਧੀ ਜੋ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ। ਜੋ ਜੀਵਨ ਜਾਂਚ ਵਿੱਚ ਜੋ ਜਿਹੜੇ ਪੜਾਅ ਨੇ ਜਾਂ ਜਿਹੜੇ ਖੇਤਰ ਨੇ, ਉਹ ਸਾਨੂੰ ਨਿਸ਼ਚਿਤ ਕਰਕੇ ਮਾਨਵੀ ਮੁੱਲਾਂ ਭਰਪੂਰ ਪੈਟਰਨ ਜਿਹੜਾ ਅਪਣਾ ਕੇ ਤੋਰਨ ਲਈ ਸਮਰੱਥ ਹੈ। ਉਹਦੀ ਪਛਾਣ ਕਰਨੀ ਅੱਜ ਦੇ ਸਮੇਂ ਦੀ ਵੀ ਮੁੱਖ ਲੋੜ ਹੈ। ਉਹ ਕਿਹੜੇ ਪੈਟਰਨ ਨੇ? ਸੋ ਉਹਨਾਂ ਪੈਟਰਨਾਂ ਵਿੱਚ ਜੇ ਸੰਖੇਪ ਗੱਲ ਕਰਾਂ ਤਾਂ ਪੰਜਾਬੀ ਸੰਸਾਰ ਵਿੱਚ ਕਿਉਂ ਪ੍ਰਸਿੱਧ ਹੋਏ, ਤਾਂ ਕੁਝ ਕਾਰਨ ਸਨ। ਪੰਜਾਬੀ ਸੱਭਿਆਚਾਰ ਪ੍ਰਸਿੱਧ ਕਿਉਂ ਹੋਇਆ ਸੰਸਾਰ ਵਿੱਚ? ਉਹ ਇਸ ਕਰਕੇ ਹੋਇਆ ਕਿ ਪੰਜਾਬੀਆਂ ਵਿੱਚ ਸੂਰਬੀਰਤਾ ਬਹੁਤ ਸੀ, ਮਿਲਵਰਤਨ ਬਹੁਤ ਸੀ, ਹਮਦਰਦੀ, ਸਹਾਇਤਾ, ਇੱਕ ਦੂਸਰੇ ਦੇ ਕੰਮ ਆਉਣਾ, ਭਾਈਚਾਰਕ ਮੋਹ ਪਿਆਰ ਦੀਆਂ ਤੰਦਾਂ ਦਾ ਮਜ਼ਬੂਤ ਹੋਣਾ। ਇਹ ਪੰਜਾਬੀ ਸੱਭਿਆਚਾਰ ਦੇ ਮੂਲ ਪਛਾਣ ਚਿੰਨ੍ਹ ਨੇ ਜਿਹੜੇ ਕਿ ਸਾਨੂੰ ਜਿਹੜਾ ਹੈ ਉਹ ਦੇਖਣੇ ਪੈਣਗੇ। ਕਿ ਅਸੀਂ ਹੁਣ ਉਹ ਛੱਡ ਤਾਂ ਨਹੀਂ ਚੁੱਕੇ ਜਾਂ ਛੱਡਣ ਤੇ ਨਹੀਂ ਜਾ ਰਹੇ। ਪਰ ਅੱਜ ਵੀ ਜਦੋਂ ਅਸੀਂ ਕਰੋਨਾ ਮਹਾਂਮਾਰੀ ਤਹਿਤ ਅਸੀਂ ਦੇਖੀਦਾ ਕਿ ਪੰਜਾਬੀ ਹੀ ਸਭ ਤੋਂ ਵੱਧ ਜਿਹੜਾ ਲੰਗਰ ਲਗਾ ਰਹੇ ਨੇ, ਪੰਜਾਬੀ ਹੀ ਸੇਵਾ ਕਰ ਰਹੇ ਨੇ। ਸੋ ਪੰਜਾਬੀ ਕਲਚਰ ਵਿੱਚ ਬਹੁਤ ਕੁਝ ਪਿਆ ਇਸ ਕਰਕੇ ਕਰ ਰਹੇ ਨਾ।
ਸੋ ਉਹਨੂੰ ਲੋੜ ਹੈ ਅੱਜ ਵੀ ਸਮਾਉਣ ਦੀ, ਸਾਰਿਆਂ ਨੂੰ ਸਮਾਉਣ ਦੀ, ਕਿ ਸੇਵਾ, ਹਮਦਰਦੀ, ਸਿਆਣਪ, ਇਹ ਸਾਰਾ ਕੁਝ ਸਾਡੀ ਕੌਮ, ਸਾਡੇ ਕਲਚਰ ਵਿੱਚ ਸਮੋਇਆ ਹੋਇਆ, ਤਾਂ ਅਸੀਂ ਕਿਉਂ ਨਾ ਫਿਰ ਇਸ ਨੂੰ ਅੱਗੇ ਵਧਾਈਏ। ਠੀਕ ਹੈ, ਸਮੇਂ ਨੇ ਪਰਿਵਰਤਨ ਜਿਹੜਾ ਹੋਣਾ ਨਿਰਧਾਰਤ ਹੁੰਦਾ ਹੈ, ਉਹ ਹੋਣਾ ਚਾਹੀਦਾ ਵੀ ਹੈ, ਪਰ ਉਸ ਪਰਿਵਰਤਨ ਵਿੱਚ ਕੁਝ ਅਜਿਹਾ ਪਰਿਵਰਤਨ ਤਾਂ ਨਹੀਂ ਹੋ ਰਿਹਾ ਜਿਹੜਾ ਕਿ ਸਾਡੇ ਵਿਰੋਧ ਵਿੱਚ ਹੀ ਜਾ ਰਿਹਾ ਹੋਵੇ। ਜੋ ਸਾਡੇ ਵਿਰੋਧ ਵਿੱਚ ਜਾ ਰਿਹਾ ਹੈ ਉਸ ਨੂੰ ਜਿਹੜਾ ਹੈ ਛੱਡਣਾ ਪਏਗਾ, ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਪਏਗੀ। ਇਹ ਵਿਦਿਆਰਥੀਆਂ ਲਈ ਸਭ ਤੋਂ ਪਹਿਲੀ ਚੁਣੌਤੀ ਹੈ ਕਿ ਚੰਗਾ ਜਾਂ ਮਾੜਾ ਕੀ ਹੈ। ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਾਂ ਨਹੀਂ ਹੈ ਕੁਝ ਹੋ ਰਿਹਾ ਕਿ ਪਦਾਰਥਕ ਪੂੰਜੀਵਾਦ ਹੀ ਜਿਹੜਾ ਹੈ ਉਹ ਆਪਣੇ ਆਪ ਨੂੰ ਕਲਾਬ ਵਿੱਚ ਲੈ ਕੇ ਉਹਨਾਂ ਦੀ ਸਿਰਜਣਾਤਮਕ ਸਮਰੱਥਾ ਨੂੰ ਜਿਹੜਾ ਹੈ ਖਰਾਬ ਕਰ ਰਿਹਾ ਹੋਵੇ, ਉਹਨਾਂ ਨੂੰ ਮਾਰ ਰਿਹਾ ਹੋਵੇ। ਉਹਨਾਂ ਦੀ ਸਮਰੱਥਾ, ਜਿਹੜੀ ਰਚਨਾਤਮਕ ਸਿਰਜਣਾਤਮਕ ਸਮਰੱਥਾ ਹੈ, ਉਹ ਜਿਉਂਦੀ ਰਹਿਣੀ ਚਾਹੀਦੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਤੁਹਾਨੂੰ ਕਿਤਾਬਾਂ ਵਿੱਚੋਂ ਮਿਲਣਗੀਆਂ, ਗ੍ਰੰਥਾਂ ਵਿੱਚੋਂ ਮਿਲਣਗੀਆਂ, ਜਾਂ ਤੁਹਾਡੇ ਜਿਹੜੇ ਪੁਰਾਤਨ ਮੁੱਲ ਨੇ ਮਾਨਵੀ, ਉਹਨਾਂ ਵਿੱਚੋਂ ਮਿਲਣਗੀਆਂ, ਜਿਨ੍ਹਾਂ ਨੇ ਉਹ ਅਨੁਭਵ ਗ੍ਰਹਿਣ ਕੀਤਾ ਤੇ ਉਸ ਅਨੁਭਵ ਵਿੱਚੋਂ ਗ੍ਰਹਿਣ ਕਰਕੇ ਸਾਡੇ ਅੱਗੇ ਕੁਝ ਸੰਦੇਸ਼ ਰੱਖੇ, ਕਿਹੜਾ ਜੀਵਨ ਜਿਉਣ ਦੇ ਜਿਹੜੇ ਸਾਡੇ ਅੱਜ ਮੁੱਖ ਤੱਤ ਬਣਨੇ ਚਾਹੀਦੇ ਆ। ਸੋ ਪੰਜਾਬੀ ਸੱਭਿਆਚਾਰ ਤਾਂ ਸੂਰਬੀਰਤਾ ਨਾਲ ਭਰਿਆ ਪਿਆ, ਕਿਉਂਕਿ ਇੱਕ ਪਾਸੇ ਪੰਜਾਬ ਨੂੰ ਗੇਟਵੇ ਆਫ ਇੰਡੀਆ ਕਿਹਾ ਗਿਆ, ਕਿਉਂਕਿ ਜਿੰਨੇ ਵੀ ਹਮਲਾਵਰ ਆਏ ਉਹ ਪੰਜਾਬ ਦੇ ਰਸਤੇ ਰਾਹੀਂ ਆਏ, ਪੰਜਾਬ ਦੇ ਰਸਤੇ ਰਾਹੀਂ ਆਏ, ਤੇ ਪੰਜਾਬੀ ਦਾ ਸੁਭਾਅ ਕੀ ਹੋ ਗਿਆ? ਸੂਰਬੀਰਤਾ ਵਾਲਾ, ਦਲੇਰ ਤੇ ਅਜੋਕਾ ਨੌਜਵਾਨ ਵਰਗ, ਜਿਹੜਾ ਕਿ ਪਤਾ ਨਹੀਂ ਕਿੱਧਰ ਕਿੱਧਰ ਦੀ ਜਿਹੜੀ ਮੀਡੀਆ ਦੇ ਦੁਆਰਾ ਜਾਂ ਜਿਹੜਾ ਉਹਨਾਂ ਨੂੰ ਪਰੋਸਿਆ ਜਾ ਰਿਹਾ ਹੈ, ਉਹਦੇ ਚੱਕਰਵਿਊਹ ਵਿੱਚ ਹੀ ਫਸ ਕੇ ਜਿਹੜਾ ਹੈ ਉਹ ਆਪਣੇ ਅਸਲ ਨੂੰ ਭੁੱਲਦਾ ਜਾ ਰਿਹਾ। ਇਹ ਵੱਡੀ ਦੁਖਦਾਇਕ ਗੱਲ ਹੈ। ਉਹ ਸੂਰਬੀਰਤਾ ਕਦੋਂ ਜਿਉਂਦੀ ਰਹੂਗੀ? ਉਹ ਅਣਖ ਦੇ ਖਾਤਰ ਜਿਹੜਾ ਹੈ ਕੁਰਬਾਨੀ, ਉਹ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ, ਚਾਹੇ ਉਹ ਹਿੰਦੁਸਤਾਨ ਦੀ ਆਜ਼ਾਦੀ ਲਈ ਹੈ, ਚਾਹੇ ਉਹ ਕਿਸੇ ਕਿਸਮ ਦੀ ਕੋਈ ਬਿਪਤਾ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਬਲਿਦਾਨ ਦੇਣ ਵਾਲਾ ਜਾਂ ਜਿਹੜਾ ਹੈ ਅੱਗੇ ਆਉਣ ਵਾਲਾ, ਉਹ ਸਾਡਾ ਹੀ ਇੱਥੇ ਪੰਜਾਬੀ ਹੈ। ਅਤੇ ਉਹ ਕਿਸ ਤਰ੍ਹਾਂ ਫਿਰ ਅਸੀਂ ਇਹਨੂੰ ਭੁਲਾ ਸਕਦੇ ਹਾਂ? ਬਹੁਤ ਗੱਲਾਂ ਨੇ ਕਿ ਸਾਡੇ ਭਾਈਚਾਰਕ ਪਿਆਰ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਸੀ, ਅਸੀਂ ਦੁੱਖ ਅਤੇ ਸੁੱਖ ਵਿੱਚ ਇੱਕ ਦੂਸਰੇ ਦੇ ਸ਼ਰੀਕ ਹੁੰਦੇ ਸੀ, ਅਸੀਂ ਕਿਉਂ ਭੁੱਲੀਏ ਉਹਨਾਂ ਨੂੰ? ਇੱਕ ਵੱਡਾ ਜਿਹੜਾ ਹੈ ਮਨੁੱਖੀ ਸ਼ਖਸੀਅਤ ਦੇ ਨਿਰਮਾਣਕਾਰੀ ਤੱਤ ਵਿੱਚ ਸਭ ਤੋਂ ਵੱਡਾ ਪੁਆਇੰਟ ਇਹ ਵੀ ਹੈ ਕਿ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨਾ, ਰਿਸ਼ਤਿਆਂ ਦਾ ਨਿੱਘ ਨੂੰ ਜਿਹੜਾ ਮਾਨਣਾ। ਅੱਜ ਰਿਸ਼ਤਿਆਂ ਦੇ ਨਿੱਘ ਵਿੱਚ ਇਕੱਲਤਾ ਆ ਰਹੀ ਹੈ, ਬੰਦਾ ਇਕੱਲਾ ਰਹਿਣਾ ਪਸੰਦ ਕਰਨਾ ਸ਼ੁਰੂ ਕਰ ਰਿਹਾ, ਪਰ ਇਹ ਨਹੀਂ, ਰਿਸ਼ਤਿਆਂ ਦੇ ਵਿੱਚ ਹੀ ਆਨੰਦ ਹੈ, ਪਦਾਰਥ ਵਿੱਚ ਆਨੰਦ ਨਹੀਂ ਹੈ, ਰਿਸ਼ਤਿਆਂ ਵਿੱਚ ਹੀ ਆਨੰਦ ਹੈ। ਇਸ ਗੱਲ ਨੂੰ ਮੰਨਣਾ ਪਏਗਾ। ਤਰੱਕੀ ਕਰਨੀ, ਅਸੀਂ ਵਿਕਾਸ ਕਰਨਾ ਹੈ, ਟੈਕਨੋਲੋਜੀ ਸਾਡੇ ਵਾਸਤੇ ਜ਼ਰੂਰੀ ਹੈ, ਟੈਕਨੋਲੋਜੀ ਬਿਨਾਂ ਅਸੀਂ ਅਧੂਰੇ ਹਾਂ, ਪਰ ਟੈਕਨੋਲੋਜੀ ਸਾਡੇ 'ਤੇ ਇਸ ਕਦਰ ਹਾਵੀ ਨਾ ਹੋ ਜਾਵੇ ਕਿ ਅਸੀਂ ਮਨੁੱਖਤਾਵਾਦੀ ਕਦਰਾਂ ਕੀਮਤਾਂ ਨੂੰ ਹੀ ਨਾ ਭੁੱਲ ਜਾਈਏ। ਅਸੀਂ ਆਪਣੀ ਲੋੜ ਲਈ ਇਸ ਨੂੰ ਪ੍ਰਯੋਗ ਕਰਨਾ, ਨਾ ਕਿ ਬੇਅਰਥੇ ਜਿਹੜੇ ਕੰਮਾਂ ਵਾਸਤੇ ਇਸ ਨੂੰ ਪ੍ਰਯੋਗ ਕਰਕੇ ਆਪਣਾ ਸਮਾਂ ਅਤੇ ਸਿਰਜਣਾਤਮਕ ਸਮਰੱਥਾ ਨੂੰ ਜਿਹੜਾ ਗਵਾਉਣਾ। ਸੋ ਇਹ ਵੀ ਬੜਾ ਜ਼ਰੂਰੀ ਹੈ। ਇਹ ਸਾਡੇ ਸੱਭਿਆਚਾਰ ਵਿੱਚ ਮੈਂ ਕਹਾਂਗਾ ਕਿ ਮਨੁੱਖੀ ਸ਼ਖਸੀਅਤ ਦੇ ਸਾਹਿਤ ਵਿੱਚ ਮਨੁੱਖੀ ਸ਼ਖਸੀਅਤ ਦੇ ਬਹੁਤ ਨਿਰਮਾਣਕਾਰੀ ਤੱਤ ਪਏ ਨੇ। ਜੇ ਅਸੀਂ ਉਹਨਾਂ ਨੂੰ ਖੋਜੀਏ ਤਾਂ ਅਸੀਂ ਬਹੁਤ ਹੀ ਇਸ ਸਮੇਂ ਇੱਕ ਬਲਵਾਨ ਵਿਅਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਵਾਂਗੇ, ਜਿਹੜਾ ਕਿ ਸਮੇਂ ਦੀ ਵੱਡੀ ਲੋੜ ਵੀ ਹੈ। ਅਤੇ ਫਿਰ ਨਾਲ ਹੀ ਇੱਕ ਰਾਸ਼ਟਰ ਪਿਆਰ ਦੀ ਜਿਹੜੀ ਘਾਟ ਨਜ਼ਰ ਆਉਂਦੀ ਹੈ। ਰਾਸ਼ਟਰ ਪਿਆਰ ਤੋਂ ਭਾਵ ਕੀ ਹੈ ਕਿ ਅਸੀਂ ਆਪਣੇ ਆਪ ਲਈ ਤਾਂ ਜਿਉਂਦੇ ਹੀ ਹਾਂ। ਰਾਸ਼ਟਰ ਪਿਆਰ ਕਿ ਹਰ ਇੱਕ ਵਿਅਕਤੀ, ਹਰ ਇੱਕ ਵਿਦਿਆਰਥੀ ਆਪਣੇ ਦੇਸ਼ ਨਾਲ ਪਿਆਰ ਕਰੇ, ਉਹ ਉਸ ਸਰਾਬੇ ਵਾਂਗ ਦੇਸ਼ ਨਾਲ ਪਿਆਰ ਕਰੇ, ਉਸ ਭਗਤ ਸਿੰਘ ਨਾਲ ਪਿਆਰ ਕਰੇ, ਜਾਂ ਉਹ ਜਿਨ੍ਹਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਵਾਂਗ ਦੇਸ਼ ਨਾਲ ਪਿਆਰ ਕਰੇ, ਜਿਨ੍ਹਾਂ ਨੇ ਤੱਤੀਆਂ ਤਵੀਆਂ 'ਤੇ ਬੈਠ ਕੇ ਸੀ ਨਹੀਂ ਕੀਤੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਬੋਲ ਰਹੇ ਨੇ। ਅਤੇ ਗੁਰੂ ਤੇਗ ਬਹਾਦਰ ਜੀ ਜ਼ੁਲਮ ਦੇ ਖਿਲਾਫ ਜਾ ਕੇ ਆਪਣਾ ਸਿਰ ਕਟਵਾ ਰਹੇ ਨੇ, ਅਤੇ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਨੇ ਸਾਰਾ ਜਿਹੜਾ ਹੈ ਆਪਣਾ ਪਰਿਵਾਰ ਹੀ ਵਾਰ ਦਿੱਤਾ, ਕਿਸ ਖਾਤਰ? ਲੋਕਾਈ ਖਾਤਰ। ਜ਼ੁਲਮ ਨੂੰ ਅੱਗੇ ਨਹੀਂ ਆਉਣ ਦੇਣਾ, ਆਵਾਜ਼ ਬੁਲੰਦ ਕੀਤੀ। ਅਤੇ ਜਦੋਂ ਸਾਹਿਬਜ਼ਾਦੇ ਨੂੰ ਤੋਰਿਆ ਨਾ, ਅਜੀਤ ਸਿੰਘ ਨੂੰ ਤੋਰ ਰਹੇ ਨੇ, ਸਿਹਰਾ ਸਜਾ ਰਹੇ ਨੇ ਕਿ ਅੱਜ ਮੇਰਾ ਪੁੱਤਰ ਲਾੜੀ ਮੌਤ ਨੂੰ ਵਿਆਹੁਣ ਚੱਲਿਆ। ਕਿਹੜਾ ਪਿਤਾ ਸੰਸਾਰ ਦਾ ਆਪਣੇ ਪੁੱਤਰ ਨੂੰ ਜਿਹੜਾ ਹੈ ਮੌਤ ਨੂੰ ਵਿਆਹੁਣ ਲਈ ਜਿਹੜਾ ਹੈ ਉਹ ਭੇਜਦਾ ਹੋਵੇ? ਅਤੇ ਅੱਗੇ ਜਿਹੜਾ ਪੁੱਤਰ ਵੀ ਘੱਟ ਨਹੀਂ ਹੈ, ਨਾਮ ਹੈ ਅਜੀਤ ਸਿੰਘ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋਂ ਵਾਪਸ ਨਹੀਂ ਆਊਂਗਾ।
ਤੇ ਜਦੋਂ ਖਬਰ ਦਿੱਤੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਕਿ ਤੁਹਾਡੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਤਾਂ ਮੁਸਕਰਾਏ, ਕੋਈ ਉਦਾਸੀ ਨਹੀਂ ਧਾਰਨ ਕੀਤੀ। नहीं क्या इन पुत्रन के शीश पर वार दिए सुत चार, चार नहीं तो क्या हुआ जीवत कई हज़ार। सानू अपने धीआं पुत्र बनाया, ये हुण देखण वाली गल है कि असीं उन्हां दे किन्ने कि धीआं पुत्र बने आ कि नहीं बने। सो लहू भेजिया साडा इतिहास है। इस बूटे नूं लहू ने जिहड़ा है सिंजिया है। बाबा फरीद तो लैके शहीद भगत सिंह तक जिहड़ा है फलसफा पिया साडा, वो थां पर थां संदेश दे रिहा कि पंजाबीओ जाग पो, देशवासियों जाग पो, सुरत दा भला सारे संसार वास्ते कोई एक सिद्धांत है जिहदे चल के जिंदगी दी तोर नूं सुखावा कीता जा सकदा है। वो कित्थों मिलना? वो साडे कोल ही तां है। साडे मानवी मुੱਲ साडे कोल पए ने। पछाणन दी लोड़ है। जदों पछाण हो गई तां जिंदगी अपने आप सुखावें सफ़र वल तुर पैनी है। ते वो 19 साल दा जवान तुहानूं याद होना चाहिए, करतार सिंह सराभा, जदों कहंदा सेवा देश की जिंदड़ी है बड़ी औखी, गल्लां करनियां ढेर सुखालियां ने। तो शहीद भगत सिंह का जिहड़ा फलसफा वो भी तुहानूं याद होना चाहिए, जिहड़ा अपनी मौत तो पहलां जदों उहदी मां मिलण आउंदी है, उहनूं कहंदा कि ये मां मेरी मौत तो बाद मेरी लाश कोल नहीं आउणा, जे मेरी लाश नूं देख के तेरियां अखां विचों हंझू डिग पिया तां लोक कहणगे शहीद दी मां रो रही है। ये कित्थों मिलना? ये साडी नौजवान ने, ये साडा ही विरसा, ये साडा ही इस कल्चर विचों जिहड़े ने बलवान जिहड़े ने सूरवीर पैदा होए ने, ये साडे ही ने जिहड़े सानूं संदेश अज भी दे रहे ने कि संभाल। पहला है कि अपनी कुदरत नूं संभाल, आनंद कुदरत विच है। दूसरा तेरे सभ्याचार ਸਾਹਿਤ विच बहुत कुछ पिया है, उहनूं ढूंढ लै, उहनूं परख लै, उहदा चिंतन कर। तीसरा अपने देश नाल प्यार कर, फरीदा खाक ना नींदीए, खाक जेड़ ना कोए, जीवदियां पैरां थले मोयां उपर होए। मैं भलावां पग दा, मैनूं अज भुलेखा है ना, मैं भलावां पग दा, मत मैली हो जाए, गहला रूह ना जानी, सिर भी मिट्टी खाए। अंत नूं सिर ने मिट्टी नहीं खाना, सिर नूं ये जिहड़ी है याद रखना पएगा। एक राम जी मर्यादा पुरुषोत्तम, कृष्ण जी लीला पुरुषोत्तम, तो गुरु नानक ने दोनों जोड़ दिता कि जीवन में लीला भी होवे, मर्यादा भी होवे, ते पर तू नाल मौत नूं भी याद रखें। बेड़ा बंद ना सकियो, फरीद जी कहंदे आ, बंधन की वेला, पर सरवर जब उछले तब तरन दुहेला, हथ ना लाए कसंबड़े, जल जासी ढोला। जदों समा कुछ करन दा हुंदा उदों कर लेना चाहिए, तो बाद में जाके कोई कहे भी हुण जिहड़ा मैं कुछ करांगा, उदों नहीं होना, क्योंकि उदों समा निकल गया। इस करके कुदरत सानूं अज भी जिहड़ी है कुछ ना कुछ करन लई प्रेरित कर रही है। ये विपत्तर समा दे आया भी है, तो कोई चंगा भी कुछ निकल के आएगा भी, इंसान नूं चेंज करन दी जिहड़ी है समर्था ते सोझी बख्शे। साडे नौजवान वर्ग नूं एक शक्ति नाल, एक अपने आत्म विश्वास नाल जीउण दी जिहड़ी है प्रचंड उहदे च शक्ति बख्शे, ताकि ये मेरा जिहड़ा देश है विकास दियां मंजिलां नूं छूहे, देश की संसार ही जिहड़ा है पूरा सुखावें सफ़र ते चले। ये बहुत ही कुछ खास पैटर्न जिहड़े मैं तुहाडे नाल तुहानूं कहूँगा कि ये तुहाडे कल्चर विच पए ने, तुहाडे ਸਾਹਿਤ विच पए ने, इन्हां नूं ढूंढो। इहदे विच ही मनुखी शਖਸੀਅਤ ਦੇ निर्माणकारी तत्त पए ने, और इन्हां नूं खोज के ही असीं जिहड़ी है मनुखी शਖਸੀਅਤ ਦਾ ਜਿਹੜਾ ਹੈ ਬਮੁੱਲਾ ਪਸਾਰ ਅੱਗੇ ਵਧਾ ਸਕਦੇ ਹਾਂ। ਤੇ ਨਾਲ ਦੀ ਨਾਲ ਕੁਝ ਜਿਹੜੇ ਮਨੁੱਖੀ ਸ਼ਖਸੀਅਤ ਦੇ ਹੋਰ ਪੈਟਰਨ ਨੇ, ਉਹਨਾਂ ਵਿੱਚ ਹੈ ਕਿ ਸਭ ਤੋਂ ਪਹਿਲਾਂ ਹੈ ਕਿ ਥੋੜ੍ਹਾ ਜਿਹਾ ਪੈਸ਼ਨ ਹੋਣਾ ਚਾਹੀਦਾ, ਪੈਸ਼ਨ। ਦੂਸਰਾ ਤੁਹਾਡਾ ਹੈ ਬਲੀਫ, ਵਿਸ਼ਵਾਸ। ਤੀਸਰਾ ਹੈ ਤੁਹਾਡੇ ਕੋਲ ਸਟ੍ਰੈਟਜੀ, ਕਿ ਤੁਸੀਂ ਪਲਾਨ ਕੀ ਕਰ ਰਹੇ ਹੋ। ਤੇ ਚੌਥਾ ਹੈ ਬਾਉਂਡਿੰਗ, ਪੀਪਲ ਨਾਲ ਜਾਂ ਲੋਕਾਂ ਨਾਲ ਬਾਉਂਡਿੰਗ ਕੀ ਹੈ। ਤੇ ਪੰਜਵਾਂ ਹੈ ਕਮਿਟਮੈਂਟ, ਕਿ ਕਮਿਟਮੈਂਟ ਕੀ ਹੈ, ਪਹਿਲਾਂ ਆਪਣੇ ਆਪ ਨਾਲ ਫਿਰ ਸਮਾਜ ਨਾਲ। ਇਹ ਜ਼ਰੂਰੀ ਗੱਲਾਂ ਨੇ ਤੁਹਾਡੇ ਸ਼ਖਸੀਅਤ ਵਾਸਤੇ, ਕਿ ਤੁਹਾਡੇ 'ਚ ਜਿਹੜੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਚਾਹੁੰਦੇ ਕੀ ਹੋ। ਜਦੋਂ ਪਤਾ ਲੱਗ ਗਿਆ ਤੁਸੀਂ ਚਾਹੁੰਦੇ ਕੀ ਹੋ, ਫਿਰ ਉਸ ਚਾਹਣ ਤੋਂ ਬਾਅਦ ਕੀ ਪਲਾਨ ਕਰਨਾ ਹੈ, ਉਸ ਉੱਤੇ ਚੱਲਣਾ ਕਿਵੇਂ ਹੈ। ਨੌਲੇਜ ਤੁਹਾਡੇ ਕੋਲ ਹੈਗੀ, ਮੰਨ ਲਿਆ ਨੌਲੇਜ ਹੈਗੀ, ਨੌਲੇਜ ਉਦੋਂ ਤੱਕ ਸਾਰਥਕ ਨਹੀਂ ਜਦੋਂ ਤੱਕ ਉਸ ਨੌਲੇਜ ਨੂੰ ਐਕਸ਼ਨ ਵਿੱਚ ਤਬਦੀਲ ਨਾ ਕੀਤਾ ਜਾਵੇ। ਬਿਨਾਂ ਐਕਸ਼ਨ ਦੇ ਵਿੱਚ ਤਬਦੀਲ ਕੀਤਿਆਂ ਇਹਦਾ ਕੋਈ ਕੰਮ ਨਹੀਂ। ਸੋ ਐਕਸ਼ਨ ਕਰਨੇ ਪੈਣਗੇ, ਚੱਲਣਾ ਪਏਗਾ, ਫਿਰ ਹੀ ਜਿਹੜਾ ਹੈ ਕੁਝ ਨਾ ਕੁਝ ਜਿਹੜਾ ਹੈ ਉਹਦੇ
ਸਾਰਥਕ ਨਤੀਜੇ ਨਿਕਲਣਗੇ। ਇਮੈਜੀਨੇਸ਼ਨ ਕਰੋ, ਪੋਜ਼ਿਟਿਵ ਰਹੋ। ਬਿਨਾਂ ਪੋਜ਼ਿਟਿਵ ਤੋਂ ਜਿਹੜਾ ਹੈ ਜ਼ਿੰਦਗੀ ਜਿਹੜੀ ਹੈ ਉਹ ਸੁੱਕ ਜਾਂਦੀ ਹੈ, ਖੜ ਜਾਂਦੀ ਹੈ। ਪਾਣੀ ਚੱਲਦੇ ਹੀ ਜਿਹੜੇ ਨੇ ਚੰਗੇ ਲੱਗਦੇ ਨੇ। ਗਤੀਸ਼ੀਲਤਾ ਜ਼ਰੂਰੀ ਹੈ ਜ਼ਿੰਦਗੀ ਦੀ। ਸਾਡੀ ਜ਼ਿੰਦਗੀ ਦੀਆਂ ਝਾਂਜਰਾਂ ਵਿੱਚ ਸ਼ੋਰ ਦਾ ਨਹੀਂ, ਸੰਗੀਤ ਦਾ ਹੋਣਾ ਚਾਹੀਦਾ। ਸੰਗੀਤ ਦਾ ਹੋਣਾ ਚਾਹੀਦਾ। ਹਾਰਾਂ ਸਫਲਤਾ ਤੋਂ ਬਿਨਾਂ ਕੋਈ ਵੀ ਜਿਹੜਾ ਹੈ ਦਲੇਰ, ਬਹਾਦਰ ਜਾਂ ਜਿਹੜਾ ਹੈ ਸਫਲਮਈ ਇਨਸਾਨ ਨਹੀਂ ਬਣਦਾ। ਸੋ ਇੱਕ ਇਹ ਗਤੀਸ਼ੀਲ ਜਿਹੜਾ ਪ੍ਰਵਾਹ ਹੈ, ਉਸ ਗਤੀਸ਼ੀਲ ਪ੍ਰਵਾਹ ਵਿੱਚ ਚੱਲਣਾ ਸਾਡਾ ਫਰਜ਼ ਹੈ। ਜਿਵੇਂ ਤੁਹਾਨੂੰ ਕਹਾਂ ਕਿ ਸਿਦਕ ਸਿਰ ਦ੍ਰਿੜਤਾ ਜ਼ਰੂਰੀ ਹੈ। ਉਹ ਕਿਸ ਤਰ੍ਹਾਂ ਕਿਹਾ ਗਿਆ ਕਿ ਸਿਦਕ ਤੋਂ ਬਿਨਾਂ ਫਤਿਹਗੜ੍ਹ ਦੇ ਨਾਲ ਸਾਹਬ ਨਹੀਂ ਸੀ ਲੱਗਣਾ, ਔਰ ਸਿਰੜ ਤੋਂ ਬਿਨਾਂ ਆਨੰਦਪੁਰ ਦਾ ਕਿਲਾ, ਆਨੰਦਪੁਰ ਸਾਹਿਬ ਨਹੀਂ ਸੀ ਬਣਨਾ, ਔਰ ਦ੍ਰਿੜਤਾ ਤੋਂ ਬਿਨਾਂ ਚਾਂਦਨੀ ਚੌਂਕ ਦਾ ਥਾਣਾ ਮੱਥਾ ਟੇਕਣ ਜੋਗੀ ਜਗ੍ਹਾ ਨਹੀਂ ਸੀ ਬਣਨਾ। ਉਹ ਇੱਥੇ ਹੀ ਪਿਆ, ਸਾਡੇ ਸਮਾਜ ਵਿੱਚ ਹੀ ਪਿਆ। ਜੋ ਸਾਡੇ ਕੋਲ ਹੈ, ਜੋ ਸਾਡੀ ਸੰਸਕ੍ਰਿਤੀ ਵਿੱਚ ਹੈ, ਉਹ ਸਾਰੇ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਸ਼ਾਇਦ ਨਾ ਹੋਵੇ। ਸਾਡੇ ਕੋਲ ਤਾਂ ਹੈ ਨਾ। ਇਹ ਅਲੱਗ ਗੱਲ ਹੈ ਕਿ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ। ਭੁੱਲਣਾ ਨਹੀਂ ਹੈ। ਉਹ ਜਿਹੜੇ ਜੀਵਤ ਤੱਤ ਨੇ, ਜਿਹੜੇ ਮਾਨਵੀ ਮਿਊਲਾਂ ਨੂੰ ਜਿਉਂਦਾ ਰੱਖਣ ਲਈ ਹੋਕਾ ਦੇ ਰਹੇ ਨੇ, ਅੱਜ ਉਸ ਹੋਕੇ ਨੂੰ ਸੁਣ ਕੇ ਆਪਣੇ ਅੰਦਰ ਵਸਾ ਲਿਓ। ਸ਼ਖਸੀਅਤ ਆਪਣੇ ਆਪ ਜਿਹੜੀ ਬਣ ਜਾਏਗੀ। ਸੋ ਮੈਂ ਬਹੁਤੀ ਗੱਲਾਂ ਨਾ ਕਰਦਾ ਹੋਇਆ ਸਿਰਫ ਇਹੀ ਤੁਹਾਨੂੰ ਕਹਾਂਗਾ ਕਿ ਤੁਹਾਡੇ ਕੋਲ ਹੀ ਸ਼ਕਤੀ ਅਤੇ ਸਮਰੱਥਾ ਦੇ ਸੋਮੇ ਪਏ ਨੇ। ਉਹਨਾਂ ਨੂੰ ਆਪਣੇ ਅੰਦਰੋਂ ਹੀ ਢੂੰਡਣ ਦੀ ਲੋੜ ਹੈ। ਔਰ ਢੂੰਡਣ ਦੇ ਜਿਹੜੇ ਰਸਤੇ ਨੇ ਉਹ ਤੁਹਾਨੂੰ ਦੱਸ ਦਿੱਤੇ ਨੇ ਵੀ ਕਿਹੜੇ ਕਿਹੜੇ ਨੇ। ਔਰ ਉਹ ਢੂੰਡ ਕੇ ਜਦੋਂ ਨੌਲੇਜ ਆ ਗਈ, ਨੌਲੇਜ ਤੋਂ ਬਾਅਦ ਐਕਸ਼ਨ ਬੜਾ ਜ਼ਰੂਰੀ ਹੈ, ਤਾਂ ਕਿ ਅੰਦਰਲਾ ਜਿਹੜਾ ਸਵਾਰਥ ਹੈ, ਪਖੰਡ ਹੈ, ਹਉਮੈ ਹੈ, ਈਰਖਾ ਹੈ, ਬਹੁਤ ਤਰ੍ਹਾਂ ਦੇ ਵਿਕਾਰ ਨੇ ਜਿਹੜੇ ਦੂਰ ਹੋ ਸਕਣ। ਔਰ ਇੱਕ ਚੇਤਨ ਸ਼ਕਤੀ ਪੈਦਾ ਹੋਵੇ, ਜਿਹੜੀ ਚੇਤਨ ਸ਼ਕਤੀ ਸੂਰਬੀਰਤਾ ਵਾਲੀ ਅੱਗੇ ਲੈ ਕੇ ਚੱਲੇ, ਆਪਣੇ ਆਪ ਨੂੰ ਵੀ ਅੱਗੇ ਲੈ ਕੇ ਚੱਲੇ ਅਤੇ ਆਪਣੇ ਦੇਸ਼ ਨੂੰ ਵੀ ਲੈ ਕੇ ਚੱਲੇ, ਤਾਂ ਕਿ ਸਾਡਾ ਦੇਸ਼ ਵੀ ਜਿਹੜਾ ਹੈ ਵਿਕਾਸ ਦੀਆਂ ਸਿਖਰਾਂ ਨੂੰ ਛੂਹੇ। ਇਹ ਸਮੇਂ ਦੀ ਜ਼ਰੂਰਤ ਹੈ। ਕੁਦਰਤ ਨੂੰ ਸ਼ੁੱਧ ਰੱਖੀਏ, ਆਪਣੇ ਆਪ ਨੂੰ ਆਨੰਦ ਨਾਲ ਭਰੀਏ। ਨੀਰ ਸੌਣ ਦੀ ਲੋੜ ਨਹੀਂ। ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਕਿ ਕੋਈ ਕਹੇ ਵੀ ਮੈਂ ਘੱਟ ਆ ਕਿਸੇ ਨਾਲੋਂ। ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ। ਤੁਸੀਂ ਸਾਰੇ ਬਹੁਤ ਸ਼ਕਤੀ ਅਤੇ ਸਮਰੱਥਾ ਭਰਪੂਰ ਹੋ, ਪਰ ਸਿਰਫ ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਜਗਾ ਲਓ। ਸਾਰਾ ਸਰਮਾਇਆ ਹੀ ਤੁਹਾਡੇ ਕੋਲ ਹੈ। ਪਰਮਾਤਮਾ ਵੀ ਤੁਹਾਡੇ ਅੰਦਰ ਹੀ ਵਸਦਾ, ਉਹਨੂੰ ਕਿਤੇ ਬਾਹਰ ਢੂੰਡਣ ਦੀ ਲੋੜ ਨਹੀਂ ਹੈ। ਜਦੋਂ ਢੂੰਡ ਲਿਆ, ਮੇਰੀ ਬੁੱਕਲ ਦੇ ਵਿੱਚ ਚੋਰ, ਸਾਧੂ ਕਿਸ ਨੂੰ ਕਹਿ ਕੂਕ ਸੁਣਾਵਾਂ, ਫਿਰ ਉਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ। ਉਹ ਤਾਂ ਅੰਦਰ ਹੀ ਹੈ, ਉਹਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਹੈ। ਇਨਸਾਨੀਅਤ ਨੂੰ ਢੂੰਡੋ, ਮਾਨਵੀ ਮੁੱਲਾਂ ਨੂੰ ਢੂੰਡੋ, ਉਹ ਜਿਹਾ ਕੁਝ ਕਰੋ ਜਿਹੜਾ ਕਿ ਇਨਸਾਨ ਨੂੰ ਜਿਹੜਾ ਹੈ ਅੱਗੇ ਲੈ ਕੇ ਜਾਵੇ, ਇਨਸਾਨੀਅਤ ਨੂੰ ਅੱਗੇ ਲੈ ਕੇ ਜਾਵੇ। ਇਹੀ ਸਮੇਂ ਦੀ ਮੰਗ ਹੈ। ਔਰ मैं कहूँगा कि सरफरोशी की तमन्ना अब हमारे दिल में है, देखना कि जोर कितना बाजुए कातिल में है, बाजुए कातिल में है। थैंक यू, धन्यवाद, थैंक यू वेरी मच।